ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀਓ, ਸ਼ਾਮ ਦੇ ਸਮੇਂ ਪਾਤਸ਼ਾਹ ਜੀ ਨੇ ਸਾਨੂੰ ਸੰਗਤ ਕਰਨ ਦਾ ਸੁਭਾਗ ਦਿੱਤਾ ਹੈ। ਵਡਭਾਗੀ ਹਾਂ। ਹਰੀ ਜਸ ਕੀਰਤਨ ਆਪ ਸਰਵਨ ਕਰ ਰਹੇ ਸੀ। ਕੁਝ ਸਮਾਂ ਗੁਰਬਾਣੀ ਵਿਚਾਰ ਕਰਨ ਦਾ ਹੈ। ਇਹਦੇ ਵਾਸਤੇ ਖਾਸ ਕਰਕੇ ਅਸੀਂ ਬੀਤੇ ਕੱਲ ਤੋਂ ਜਪਜੀ ਸਾਹਿਬ ਦੀ ਵਿਚਾਰ, ਜਿੰਨੇ ਕੁ ਸਾਡੇ ਕੋਲ ਦਿਨ ਹੈਗੇ ਨੇ, ਵੈਸੇ ਤਾਂ 4 ਹਫ਼ਤੇ ਨੇ, ਬਟ ਪ੍ਰੋਬਬਲੀ I won't be able to deliver every day Katha Seva here, so there must be actually some absence. So surrounding ਜਿਹੜਾ ਹੈਗਾ 20 ਦਿਨ ਹੋਣਗੇ ਸਾਡੇ ਕੋਲ, ਜਿੰਨੇ ਕੁ ਅਸੀਂ ਬਚਨ ਵਿਚਾਰ ਸਕੇ। we will try। ਆਓ ਜੋ ਵਿਚਾਰ ਬੀਤੇ ਕੱਲ ਸ਼ੁਰੂਆਤ ਕੀਤੀ ਸੀ, ਉਹਦੇ ਅਗਲੇਰੇ ਜਿਹੜੇ ਪੜਾਅ ਨੇ ਉਹਨਾਂ ਦੀ ਵਿਚਾਰ ਕਰ ਸਕੀਏ। ਇੱਕ ਵਾਰ ਆਸੀਸ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। As we were discussing Mool Mantar, Japji Sahib's very first actually line, ਇੱਕ ਓਂਕਾਰ ਸਤਿਨਾਮ, ਇਹ ਅਸੀਂ ਖਾਸ ਕਰਕੇ 2 ਅੱਖਰਾਂ ਦੀ ਵਿਚਾਰ ਕੀਤੀ ਸੀ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਵਹਿਦ ਇੱਕ ਹੈ। ਇੱਕ ਦਾ ਮਤਲਬ ਓਂਕਾਰ ਅਵਿਥ ਇਕਰਾ ਸਰਬ ਵਿਆਪੀ ਹੈ, ਜਿਹਨੂੰ ਕਿਹਾ ਜਾਏ ਕਿ ਵਿਦਾਊਟ ਗੈਪ, ਐਕੂਰੇਟਲੀ ਐਂਡ ਕੰਟੀਨਮ ਦੇ ਵਿੱਚ ਹੈ। ਸਤਿਨਾਮ ਅਲਟੀਮੇਟ ਰਿਐਲਿਟੀ ਹੈ। ਉਹਦੀ ਪ੍ਰੈਜ਼ੈਂਸ, ਉਹਦੀ ਜਿਹੜੀ ਹੋਂਦ ਆ, ਉਹ ਕਿਸੇ ਭੁਲੇਖੇ ਤੇ ਨਹੀਂ ਖੜੀ ਹੈਗੀ। ਮਤਲਬ ਕਈ ਵਾਰੀ ਬੰਦਾ ਇਹ ਸੋਚਦਾ ਨਾ ਵੀ ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ, ਐਵੇਂ ਨਾ ਭੁਲੇਖੇ 'ਚ ਚਲਿਆ ਫਿਰੇ ਬੰਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਸਤਿਨਾਮ ਹੋਂਦ ਵਾਲਾ ਹੈ। ਉਹਦੀ ਹਸਤੀ ਜਿਹੜੀ ਹੈ ਉਹ ਰੀਅਲ ਆ, ਮੇਰੇ ਤੁਹਾਡੇ ਸੋਚਣ ਜਾਂ ਨਾ ਸੋਚਣ ਤੇ ਨਹੀਂ ਹੈ। ਇਹਦੇ ਲਈ ਅਸੀਂ ਬਾਣੀ 'ਚੋਂ ਜੇ ਪੜ੍ਹਦੇ ਹਾਂ ਬਚਨ, ਤੇ ਬਾਣੀ 'ਚ ਅਸੀਂ ਜ਼ਿਕਰੇ ਪੜ੍ਹਦੇ ਹਾਂ, ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਏ। ਸਪੋਜ਼ ਕਰੋ ਸੂਰਜ ਚੜ੍ਹਿਆ ਬਾਹਰ, ਰੌਸ਼ਨੀ ਹੋਈ ਹੈ ਕਿਤੇ, ਤੇ ਕੋਈ ਬੰਦਾ ਅੱਖਾਂ ਬੰਦ ਕਰਕੇ ਕਹਿੰਦਾ ਨਹੀਂ ਨਹੀਂ ਕੋਈ ਸੂਰਜ ਨਹੀਂ ਚੜ੍ਹਿਆ, ਮੈਨੂੰ ਤਾਂ ਦਿਸਦਾ ਹੀ ਨਹੀਂ ਹੈਗਾ। ਜਾਂ ਅਸੀਂ ਸਿੱਧੇ ਤੌਰ 'ਤੇ ਇਹਦੇ ਵਿੱਚ ਐਗਜ਼ਾਮਪਲ ਉੱਲੂ ਦੀ ਦਿੰਦੇ ਹਾਂ। ਸੂਰਜ ਚੜ੍ਹਦਾ ਹੈ, ਕੁਦਰਤ ਨੇ ਉਹਦੀ ਅੱਖ 'ਚੋਂ ਪੁਤਲੀ ਨਹੀਂ ਪਾਈ ਜਿਹੜੀ ਰੌਸ਼ਨੀ ਦੇ ਸਮੇਂ ਦੇਖ ਸਕਦੀ ਹੈ। ਉਹ ਅੱਖਾਂ ਬੰਦ ਕਰ ਲੈਂਦਾ ਹੈ। ਉਹਦੇ ਵਾਸਤੇ ਸਾਰਾ ਜਹਾਨ ਚਾਨਣ ਵਿੱਚ ਆ, ਉਹਦੇ ਲਈ ਰੌਸ਼ਨੀ ਆ, ਉਹਦੇ ਲਈ ਹਨੇਰਾ ਹੈ। ਸੋ ਐਸਾ ਵੀ ਹੁੰਦਾ ਹੈ ਸੰਸਾਰ ਸਮਾਜ ਦੇ ਵਿੱਚ, ਤੇ ਅੱਜ ਦੀ ਤਾਰੀਖ ਦੇ ਵਿੱਚ ਤੇ ਵੱਡਾ ਤਬਕਾ ਇਹੋ ਜਿਹਾ ਮਿਲ ਜਾਏਗਾ ਤੁਹਾਨੂੰ। there is a big fashion right now here. People are actually saying, and they are just actually pretending that we are atheist, we don't believe in anything. ਸੋ ਇਹ ਚੀਜ਼ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਸਤਿਨਾਮ, ਇਹ ਕੋਈ ਮੇਰੇ ਮੰਨਣ ਜਾਂ ਨਾ ਮੰਨਣ ਤੇ ਨਹੀਂ ਚੀਜ਼ ਖੜੀ। ਉਹਦੀ ਹਸਤੀ, ਉਹਦੀ ਹੋਂਦ, ਉਹਦੀ ਜਿਹੜੀ ਐਗਜ਼ਿਸਟੈਂਸ ਹੈਗੀ ਹੈ ਉਹ ਰੀਅਲ ਆ। ਇਸ ਤੋਂ ਬਾਅਦ 2 ਵਰਡ ਸੀਗੇ ਕਰਤਾ ਪੁਰਖ। ਕਰਤਾ ਪੁਰਖ, ਸਪੋਜ਼ ਕਰੋ ਸਾਡਾ ਤੇ ਉਹਦਾ ਰਿਸ਼ਤਾ ਕੀ ਹੈ। ਜੋ ਹਸਤੀ, ਜੋ ਪਰਮ ਰੂਪ ਹੈ, ਜੋ ਓਂਕਾਰ ਹੈ, ਐਕਚੁਅਲੀ ਸਾਡਾ ਤੇ ਉਹਦਾ ਰਿਸ਼ਤਾ ਕੀ ਹੈ। ਬਾਣੀ ਨੇ ਕਿਹਾ ਕਰਤਾ ਹੈ, ਸਾਨੂੰ ਬਣਾਉਣ ਵਾਲਾ ਹੈ, ਕ੍ਰੀਏਟਰ ਆ। ਤੇ ਕ੍ਰੀਏਟਰ ਹਾਂ ਬਣਾਇਆ ਉਹਨੇ ਸਾਨੂੰ, ਪਰ ਕਮਾਲ ਦੀ ਗੱਲ ਇਹ ਹੈ ਵੀ ਕ੍ਰੀਏਟਰ ਕੈਸਾ ਹੈ ਕਿ ਜਿਹੜਾ ਕ੍ਰੀਏਟਰ ਬਣਾ ਕੇ ਆਪਣੀ ਕ੍ਰੀਏਸ਼ਨ ਤੋਂ ਦੂਰ ਨਹੀਂ ਗਿਆ। ਜਿਵੇਂ ਸਪੋਜ਼ ਇਹਨੂੰ ਸਰਲ ਲੈ ਲਿਆ ਜਾਏ, ਕਿਸੇ ਨੇ ਆ ਮਾਈਕ ਜਿਹੜਾ ਹੈਗਾ, ਇਹਦਾ ਸਾਰੇ ਦਾ ਸਾਰਾ ਜਿਹੜੀ ਫਿਜ਼ੀਕਲ ਇਹਦੀ ਸਾਰੀ ਬਨਾਵਟ ਹੈਗੀ ਹੈ, ਸਾਰੇ ਦਾ ਸਾਰੀ ਇਹਦੀ ਸ਼ੇਪ ਹੈਗੀ, ਕਿਸੇ ਇੰਜੀਨੀਅਰ ਨੇ ਡਿਜ਼ਾਈਨ ਕੀਤੀ, ਮੁੜ ਕੇ ਕਿਸੇ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ ਇਹਨੂੰ ਬਕਾਇਦਾ ਤੌਰ 'ਤੇ ਪਲਾਸਟਿਕ ਦੀ ਸ਼ੇਪ ਦੇ 'ਚ ਇਸ ਤਰੀਕੇ ਦੇ ਨਾਲ ਕਿਸੇ ਨੇ ਬਿਲਡ ਕੀਤਾ। ਉਹ ਜਿਹੜੇ ਹੱਥ ਇਹਨੂੰ ਬਣਾਉਣ ਵਾਲੇ ਸੀਗੇ, ਉਹ ਜਿਹੜਾ ਰੋਬੋਟ ਜਾਂ ਉਹ ਜਿਹੜੀ ਚਲਾਉਣ ਵਾਲੀ ਮਸ਼ੀਨ ਵਗੈਰਾ ਜੋ ਕੁਝ ਵੀ ਸੀਗੀ, ਉਹ ਆਪਣੇ ਉਸ ਮੈਨੂਫੈਕਚਰਿੰਗ ਯੂਨਿਟ ਵਿੱਚ ਅੱਗੇ ਕੰਮ ਕਰ ਰਹੇ। ਮਗਰ ਇਹ ਜਿਹੜਾ ਖਾਸ ਕਰਕੇ ਪੂਰਾ ਦਾ ਪੂਰਾ ਆਰਟੀਕਲ ਜਾਂ ਇੰਸਟਰੂਮੈਂਟ ਹੈਗਾ, ਇਹ ਸਾਡੇ ਕੋਲ ਇੱਥੇ ਹੈ। ਬਣਾਉਣ ਵਾਲਾ
इनू साजन वाला क्रिएटर ते ये जिहड़ी क्रिएशन है ये दोनों सैपरेट हो गए ने। मदर नेचर के कॉन्सैप्ट च चीज़ नहीं होंदी। मदर नेचर के कॉन्सैप्ट च बनता है कि जिहड़ी चीज़ क्रिएट हो रही है उसनू क्रिएट करने वाला जिहड़ा क्रिएटर हैगा उहदे विच ही है। आरूपता जिहड़ी है इस तरीके दे नाल जिहड़ियां चीज़ां साडे सामने वस्तां रस्तां जो कुछ भी है इन्हां नूं फिर यूनीक बना दिंदियां ने। इनू फिर गुरु नानक साहब इस रूप में कहिंदे ने बिकॉज नाउ डेज वी आर लिविंग I think I shouldn't say that way, but it's reality. We are totally illiterate from Gurbani side. सानू नहीं पता। हुण बाबा नानक जी कहते हैं बलिहारी कुदरत वसिया तेरा अंत ना जाए लखिया। मतलब कोई चीज़ बंदे नू समझ आए, बंदे नू को पता लगे तो बंदा कहता नाउ आई केम टू नो, नाउ आई कैन अंडरस्टैंड वाई इट्स हैपनिंग, व्हाट्स एक्चुअली बिहाइंड दैट, एंड नाउ आई एम एबल टू एक्चुअली ऑब्जर्व और अंडरस्टैंड समथिंग प्रॉपरली। एंड बाबा नानक इज सेइंग नो, इट्स नॉट पॉसिबल। आई एम एक्चुअली लिटरली सेइंग, गुरु नानक साहब सिंह तेरा अंत ना जाए लखिया is totally clear. I won't be able to understand you exactly in any manners, but still I'm in actually big time enjoy. मैं बड़ा enjoy कर रहा, मैं बलिहार जा रहा। बलिहारी कुदरत वसिया। ये रूपता की है? ये रूपता ये है कि मेरे को इतनी एबिलिटी तो नहीं हैगी कि मैं तेनों उस लैवल ते विजन कर सका, पर मैनू ये चीज़ पता लग गई कि मैं तेनों सेंस कर सकता हाँ। ये है इत्थे जाके देखो फिर इनू एक रंग च होर देख लेना। साढ़े कोल 5 सेंसेस कुदरत ने दित्तियां ने। एक्चुअली वी मेक कनैक्शंस और वी गेट सम काइंड ऑफ इंफॉर्मेशन थ्रू बाय सीइंग, लुकिंग, बाय स्मेलिंग, बाय टेस्टिंग, बाय हियरिंग and by touching. These are the 5 senses Mother Nature has actually gifted us. मगर जदों असी spiritual side ते आउंदे आ, all 5 are nothing. इनू गुरु साहब ने क्या अखी बाजों वेखना बिन कन्ना सुनना। Then those senses are not working at all. And most of the time we have this kind of dogma or issue that we want to see as we are looking other stuff in the world, and people are saying, even people are claiming, sometimes they are questioning, okay जे तुसी एडी रब दी गल करदे हो विखाओ रब किथे है। दैट ये जिहड़ी चीज़ आ ये एक तरह का, मैं जे हुणे गल कर रहा सी किसी नाल, एस्केपिज्म। बंदा कई बारी कुछ चीज़ां उहदे अंदरों उन्होंने बॉदर करदियां ने, पर वो ना अपने आप नूं झुठलाउंदा हैगा, नहीं नहीं ऐसा नहीं हैगा, ऐसा नहीं हैगा, ऐसा नहीं हैगा। वो इस रूप में अंदर बोलता अपने आप नाल। जदों बंदे आला दुआला देखता है अंदर कोई चीज़ जिहड़ी है उन्होंने तंग करती है, उन्हें लगता है कि कुछ तो है, कोई तो यहो चीज़ है जिहड़ी आले दुआले होएगी। इनू इस तरह जानो, मैनू सिंपल करके तो कहना वा कि सपोज करो तुसी ना गुरुद्वारा साहब तो घर जाओ, तो घर जाओ तो घर का तुहाडा कोई मैंबर जिहड़ा हैगा तुहानूं कोई होम मेड स्वीट डिश जिहड़ी हैगी है वो कौली च पा के तुहानूं प्रेजेंट करे। तुसी उन्होंने चक्को तो चक के इस तरीके चम्मच भरो, मूँह च पाओ, वह चटकारा लाओ, को वाह बड़ा स्वादी कमाल का कस्टर्ड बनाया भाई, कमाल की खीर बनाई है भाई, कमाल की पई है, किने बनाई है? तो अगों सामने तो जवाब आए भी बनाई किसी ने नहीं हैगी, बस खीर आ। तुसी राइट वे कहोगे मैनू पागल समझिया तुसी, यू नॉट गोना बिलीव ऑन इट। Definitely, if you have little bit sense, then you're gonna say, are you out of mind? जे आ खीर एग्जिस्ट करती है, then definitely इनू बनाने वाला कोई मेकर, कोई क्रिएटर, कोई इनू जेड़ा हैगा इस तरीके से प्रिपेयर करने वाला वो भी तो एग्जिस्ट करता ही है ना। एक खीर दे मसले दे विच ते गल बनती बिल्कुल ठीक। जदों असीं क्रिएशन दे मसले च आउंदे आ, दैन सानू ये चीज़ कई बारी उस लैवल ते समझ नहीं आती। जे चीज़ है बनाने वाला भी है। इत्थे बहुत सारे मतलब कुछ मनुखी दुनिया की जिहड़ा है ना सवाल जवाब साढ़े को बदले थोड़ा है गए ने,
सेम ही सवाल ने। मैं तो भाई वीर सिंह जी दे कुछ किताब 'च पढ़दा वां, जदों किते अखबार चलाउंदे सी खालसा समाचार, तो अमर लेख ना है किताब 'च दा, शायद तुसीं भी किते पढ़िया होए। ਉਹਦੇ 'ਚੋਂ ਜ਼ਿਕਰ ਕਰਦੇ ਲੋਕੀ ਸਵਾਲ ਪੁੱਛਦੇ, ਐਗਜ਼ੈਕਟਲੀ ਡਿਟੋ ਕੁਐਸਚਨਸ, same kind of questions people are asking even in this actually around these days। exactly ਉਸੇ ਤਰ੍ਹਾਂ ਦੇ ਕੁਐਸਚਨਸ ਉੱਥੇ ਪੁੱਛੇ ਜਾਂਦੇ ਨੇ, ਅੱਜ ਤੋਂ ਕੋਈ 100 ਸਾਲ ਪਿੱਛੇ ਚਲੇ ਜਾਓ ਤੇ ਉਹਦੇ 'ਚ ਲੋਕ ਇਹੀ ਪੁੱਛਦੇ ਨੇ, ਰੱਬ ਹੈ ਕਿੱਥੇ ਹੈ, ਕਿਹੋ ਜਿਹਾ ਹੈ, ਕਿਸ ਰੂਪ ਦੇ ਵਿੱਚ ਆ, ਕਿਤੋਂ ਮਿਲੇਗਾ, ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ। ਤੇ ਜੇ ਥੋੜਾ ਹੋਰ ਪਿੱਛੇ ਚਲੇ ਜਾਈਏ, ਬਾਬਾ ਕਬੀਰ ਜੀ ਦੇ ਕੋਲ ਕੁਝ 600 ਸਾਲ ਪਿੱਛੇ, ਤੇ ਬਾਬਾ ਕਬੀਰ ਜੀ ਆਲਸੋ ਐਕਚੁਅਲੀ ਡੀਲਿੰਗ ਵਿਦ ਸੇਮ ਕਾਈਂਡ ਆਫ ਕਰਾਊਡ। And Baba Kabir ji is telling us in his own Bani, he was saying, ਲੋਕੀ ਮੈਨੂੰ ਆਏ ਕਹਿੰਦੇ ਨੇ ਰੱਬ ਕਿੱਥੇ ਹੈ, ਵਿਖਾ ਮੈਨੂੰ ਇਸ ਰੂਪ ਦੇ ਵਿੱਚ। ਉਹ ਕਹਿੰਦੇ ਵੀ ਦੇਖੋ ਮੇਰੇ ਕੋਲ ਕੋਈ ਇਹੋ ਜਿਹਾ ਕੋਈ ਨਾ ਕੋਈ ਟੈਲੀਸਕੋਪ ਜਾਂ ਨਾ ਕੋਈ ਇਸ ਕਿਸਮ ਦੀ ਬਾਤ ਹੈ, ਮੇਰੇ ਕੋਲ ਕੁਝ ਨਹੀਂ ਹੈਗਾ। ਪਰ ਹਾਂ ਇੱਕ ਚੀਜ਼ ਪੱਕੀ ਗੱਲ ਹੈ, ਮੇਰੇ ਕੋਲ ਵੀ ਕੁਝ ਸਵਾਲ ਨੇ ਜਿਹੜੇ ਤੁਸੀਂ ਮੈਨੂੰ ਜਵਾਬ ਦੇ ਦਿਓ, ਜਿਹੜੇ ਮੈਨੂੰ ਵੀ ਨਹੀਂ ਲੱਭਦੇ। ਉਸ ਕੀ ਸਵਾਲ ਨੇ? ਉਹ ਕਹਿੰਦੇ ਓਏ ਜੋ ਅੰਬਰ ਦਿਸੈਂ ਤਾਰੇ, ਕਿਨ ਉਹ ਚੀਤੇ ਚੀਤਨਹਾਰੇ। ਅਸਮਾਨ ਤੇ ਨੇ ਤਾਰੇ ਸਿਆਰੇ ਨੇ। ਮਤਲਬ ਤੁਸੀਂ ਦੇਖੋ, ਉਸ ਦਿਨ ਜ਼ਿਕਰ ਕਰ ਰਿਹਾ ਸੀ ਨਾ ਕਿ ਤੁਸੀਂ ਜੇ ਧਰਤੀ ਨੂੰ ਵੇਖੋਗੇ, ਉਹ ਮਤਲਬ ਮੱਕੇ ਦੀ ਗੋਸ਼ਟ ਹੁੰਦੀ ਹੈ ਬਾਬਾ ਨਾਨਕ ਜੀ ਦੇ ਨਾਲ, ਤੇ ਧਰਤੀ ਤੇ ਮੇਰੀ ਈਗੋ ਐਡੀ ਵੱਡੀ ਏ, ਮੈਨੂੰ ਕੋਈ ਘਰ ਦੇ ਵਿੱਚ ਮਾੜਾ ਜਿਹਾ ਚੰਗੀ ਤਰ੍ਹਾਂ ਨਾ ਬੁਲਾਏ ਤੇ ਮੈਂ ਮਹੀਨਾ ਕਹਿੰਦਾ ਵੀ ਹੁਣ ਵਿਖਾਵਾਂਗਾ ਮੈਂ ਕੀ ਹੈਗਾ। ਮਤਲਬ ਮੈਂ ਬੜੀ ਤੋਪ ਆ, ਬਲਾ ਆ। ਜਦੋਂ ਤੁਸੀਂ ਪੂਰੇ ਕਾਸਮਿਕ ਦੇ ਲੈਵਲ ਤੇ ਚੀਜ਼ਾਂ ਨੂੰ ਦੇਖਦੇ ਹੋ, ਮਤਲਬ ਉਸ ਲੈਵਲ ਤੇ ਬ੍ਰਹਮੰਡੀ ਗਿਆਨ ਦੇ ਰੂਪ ਦੇ ਵਿੱਚ, ਤੁਹਾਨੂੰ ਪਤਾ ਲੱਗਦਾ ਤੁਸੀਂ ਤੇ ਕੁਝ ਵੀ ਨਹੀਂ, ਹੈ ਹੀ ਨਹੀਂ, ਹੋਂਦ ਹੀ ਤੁਹਾਡੀ ਨਹੀਂ ਹੈਗੀ। ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਜੇ ਤੁਸੀਂ ਜਿਹੜਾ ਹੈਗਾ ਹੋਲ ਯੂਨੀਵਰਸ ਦੇ ਲੈਵਲ ਤੇ, ਕਾਜ਼ਮੋ ਦੇ ਲੈਵਲ ਤੇ ਜਿਹੜੀ ਮਿਲਕੀ ਵੇ ਹੈਗਾ, ਇਹਨੂੰ ਦੇਖੋਗੇ, ਇਟਸ ਅ ਕਾਈਂਡ ਆਫ ਜਸਟ ਏ ਮਾਈਕਰੋ, ਯੂ ਕੈਨ ਸੇ ਡਸਟ ਬਾਲ। ਮਾਈਕਰੋ ਜਿਹੜਾ ਹੈਗਾ ਇੱਕ ਜਿਹੜਾ ਸਪੈਕ, ਵੈਰੀ ਸਮਾਲ। And in that microscope, if you actually try to see sun family, ਸੂਰਜ ਪਰਿਵਾਰ ਜਿਹੜਾ ਹੈਗਾ, ਇਹਨੂੰ ਤੁਸੀਂ ਦੇਖਣ ਦੀ ਟਰਾਈ ਕਰੋ, ਇਹ ਤੇ ਹੋਰ ਜ਼ਿਆਦਾ ਜਿਹੜਾ ਹੈਗਾ ਮਿਨੀ ਮਾਈਕਰੋ ਹੋ ਜਾਏਗਾ। ਜੇ ਤੁਸੀਂ ਉਹ ਸਨ ਫੈਮਿਲੀ ਦੇ ਵਿੱਚ ਇਕੱਲੇ ਇਸ ਸੂਰਜ ਦੀ ਪਰਿਵਾਰ ਦੇ ਵਿੱਚ ਹੀ ਧਰਤੀ ਨੂੰ ਦੇਖਣ ਦਾ ਯਤਨ ਕਰੋਗੇ, ਤੇ ਤੁਹਾਨੂੰ ਪਤਾ ਲੱਗੇਗਾ ਧਰਤੀ ਤੇ ਇੱਕ ਉਸ ਤੋਂ ਵੀ ਕਿਤੇ ਜਿਹੜਾ ਹੈਗਾ ਟਾਈਨੀ ਜਿਹੜਾ ਹੈਗਾ, ਕਈ ਟਾਈਮ ਜਿਹੜਾ ਮਾਈਕਰੋ ਇੱਕ ਤਰ੍ਹਾਂ ਦੇ ਨਾਲ ਸਪੈਕ ਬਣ ਗਿਆ ਹੈਗਾ। ਤੇ ਉਸ ਧਰਤੀ ਦੇ ਉੱਤੇ ਆਪਾਂ ਟੋਰਾਂਟੋ ਸ਼ਹਿਰ ਦੇਖੀਏ ਸੈਟੇਲਾਈਟ ਵਿਊ ਦੇ ਰਾਹੀਂ ਵੱਡੇ ਲੈਵਲ ਤੇ ਗਲੋਬ ਦੇ ਵਿੱਚ, ਮਤਲਬ ਤੁਹਾਨੂੰ ਬਿਲਕੁਲ ਉਸ ਤੋਂ ਵੀ ਕਿਤੇ ਮਾਈਕਰੋ ਹੋ ਜਾਏਗਾ। ਤੇ ਉਸ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਦੇਖੋ, ਮੈਂ ਕਿੱਥੇ ਹੈਗਾ? ਨਥਿੰਗ। ਏਡੀ ਵੱਡੀ ਕ੍ਰੀਏਸ਼ਨ ਦੇ ਵਿੱਚ ਕੀ ਹੈਗੀ ਹਸਤੀ ਤੇਰੀ, ਪਾਇਆ ਕੀ ਹੈ? ਪਰ ਸੱਚ ਇਹ ਹੈ, ਜਿਹੜਾ ਸਾਰਾ ਯੂਨੀਵਰਸ ਦਾ ਸਾਰ ਤੱਤ ਆ ਨਾ, ਉਹ ਤੂੰ ਨਾਲ ਕੈਰੀ ਕਰਕੇ ਤੁਰਿਆ ਫਿਰਦਾ ਹੈਗਾ। ਇਹ ਕਰਤਾਰ ਦੀ ਬਖਸ਼ਿਸ਼ ਆ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਤੇ ਉਹਦਾ ਰਿਸ਼ਤਾ ਕੀ ਹੈ? ਰਿਸ਼ਤਾ ਇਹ ਹੈ, ਕਰਤਾ ਹੈ, ਮੈਨੂੰ ਬਣਾਉਣ ਵਾਲਾ ਹੈ, ਤੇ ਬਣਾ ਕੇ ਮੇਰੇ ਤੋਂ ਦੂਰ ਨਹੀਂ ਗਿਆ। ਪੁਰਖ ਪੁਰਚ ਗਿਆ। ਪੁਰਖ ਦੇ ਅਰਥ ਬ੍ਰਿਜ ਭਾਸ਼ਾ ਵਾਲੇ ਨਹੀਂ ਹੈਗੇ। ਜੋ ਪੁਰਖ ਦੇ ਅਰਥ ਜਾਂ ਤੇ ਕਰਦੇ ਨੇ ਐਜ਼ ਏ ਮੈਸਕੂਲਨ ਜੈਂਡਰ, ਤੇ ਜਾਂ ਕਰਦੇ ਨੇ ਪੁਰਸ਼ਾਰਥੀ, ਜਿਹੜਾ ਪੁਰਸ਼ਾਰਥ ਕਰਦਾ ਹੈ, ਜਿਹੜਾ ਹਰ ਵਕਤ ਐਕਟਿਵ ਹੈ ਤੇ ਕਿਸੇ ਕਿਸਮ ਦੇ ਨਾਲ ਵੀ ਸੌਂਦਾ ਨਹੀਂਗਾ, ਕੰਮ ਕਰ ਰਿਹਾ ਹੈਗਾ ਉਸ ਰੂਪ ਦੇ ਵਿੱਚ। ਇੱਥੇ ਇਹ ਨਹੀਂ, ਇੱਥੇ ਨੇ ਓਮਨੀ ਪ੍ਰੈਜ਼ੈਂਟ। ਜਿਵੇਂ ਮਾਲਾ ਦੇ ਮੋਤੀ ਹੁੰਦੇ ਨੇ ਬੀਜ, ਉਹਨਾਂ ਦੇ ਵਿੱਚ ਜਿਹੜਾ ਥ੍ਰੈਡ ਧਾਗਾ ਪਾਇਆ ਹੁੰਦਾ ਹੈਗਾ, ਤੇ ਸਾਰਿਆਂ ਨੂੰ ਇਸ ਤਰੀਕੇ ਨਾਲ ਕਨੈਕਟ ਕਰਕੇ ਰੱਖਦਾ ਹੈਗਾ। ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦੇ ਵਿੱਚ ਜੋਤ ਰੂਪ ਹੋ ਕੇ ਪਰੁਚਿਆ ਹੋਇਆ ਰਵਿਆ ਹੋਇਆ ਹੈ। ਦੇਖੋ ਇਤਨੀ ਕੁ ਸੈਂਸ ਆ ਜਾਏ ਕਿ ਮੇਰੀ ਤੋਂ ਦੀ ਰਿਲੇਸ਼ਨਸ਼ਿਪ ਕੀ ਹੈ, ਕਰਤਾ ਪੁਰਖ। ਮੈਂ ਛੋਟੀ ਜਿਹੀ ਐਗਜ਼ਾਮਪਲ ਇਹਦੇ ਨਾਲ ਦੇ ਦਿੰਦਾ ਵਾਂ। ਕਈ ਵਾਰ ਸ਼ਬਦਾਂ ਦੇ ਅਰਥ ਜੇ ਅਸੀਂ ਉਸ ਲੈਵਲ 'ਤੇ ਦੇਖਦੇ ਹਾਂ ਫਿਲੋਸਫਿਕਲੀ ਬੜੇ ਭਾਰੇ ਲੱਗਦੇ ਨੇ ਸਾਨੂੰ। I have gone through same kind of boredom when I was studying Bani in university, and afterward ਜਦੋਂ ਤੁਹਾਡੇ 'ਚ ਥੋੜੀ ਜਿਹੀ ਉਹਦੇ ਨਾਲ ਤੁਹਾਡੇ ਬਿਲੀਫ ਸਿਸਟਮ ਦੇ ਵਿੱਚ ਰਿਲੇਸ਼ਨਸ਼ਿਪ ਬਿਲਟ ਹੋ ਜਾਂਦੀ ਹੈ, ਫਿਰ ਤੁਹਾਨੂੰ ਕੁਝ ਉਹਦੇ 'ਚੋਂ ਇੰਜੋਏਮੈਂਟ ਦਾ ਰਸ ਆਉਂਦਾ। ਸ਼ੁਰੂ ਹੀ ਤੇ ਬੜਾ ਤੁਹਾਨੂੰ ਉਸ ਹੋਰ ਤਰ੍ਹਾਂ ਲੱਗਦਾ ਹੈਗਾ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਕਰਤਾ ਪੁਰਖ ਆਪਾਂ ਸਾਰੇ ਜਾਣਦੇ ਹਾਂ ਭਗਤ ਪੂਰਨ ਸਿੰਘ ਜੀ ਨੂੰ। ਆਪ ਦੇਖੋ ਕੈਸੀ ਹਸਤੀ ਹੋਏਗੀ। ਮਤਲਬ ਬੰਦੇ ਨੇ, ਜੇ ਤੁਸੀਂ ਫਾਰਮਲ ਐਜੂਕੇਸ਼ਨ ਦੀ ਗੱਲ ਕਰੋ
फॉर्मल एजुकेशन दे विच जमातां 10 भी प्रॉपर नहीं पढ़िया हो, पर जदों तुसी ओदी तालीम दी ते ओदे विजन दी गल करदे हो, ते जिन्ना वो फिर जिक्र करदा हैगा एक वड्डे शहर दी एक पूरी वड्डी लाइब्रेरी वो बंदा घोट के अंदर पी गया सीगा। इतनी कैपेबिलिटी सी बंदे तालीम दे पक्ष तो। फिर बंदा विजनरी किन्ना सीगा, मतलब लोगों को तो लगता ही मंगता जे एवें तुरिया फिरदा हैगा इस रूप दे विच। जिहड़ा बंदा सब तो वड्डी चीज़ की हुंदी है, असीं बाहरली दुनिया च बड़े अपने आप नूं इंटलैक्चुअल अखवा के, बौद्धिक अखवा के, बुद्धिमान अखवा के 2 4 10 15 20 50 बंदियां ते प्रभाव पा जाते हैं। लोग पा जाते हैं प्रभाव, असल दे विच 2 4 बंदियां ते तुसीं सोसाइटी समाज च पा लवोगे, पर बंदे दा पता कदों लगदा है, जदों दे परिवार विच जाके देखदे हो उहनूं, क्योंकि परिवार उहनूं इनसाइड आउट वेखदा पूरी तरह, उहनूं सारा पता है, उहनूं पता है कित्थे स्टैंड करदा हैगा। उत्थे जाके पता लगता है ओ माई गुडनेस इहदा तो लैवल ही कुछ नहीं हैगा। दैट्स मीन ये बंदा पॉलिश किया होया, अंदर कुछ नहीं है, यह हकीकत है। उसका रीजन यह है क्योंकि अंदर जिहड़ियां साडे वीकनेसिस हैगियां ने उन्होंने ग्रिप करना बहुत हार्ड है। सब तो वड्डी जिहड़ी साडे अंदर फोर्स है जिहड़ी चलदी हैगी है वो हैगा साडी सैल्फिशनैस इत्थों बनती है ना, स्वार्थ, निजवाद। ये जिहड़ी अलामत आ, भगत कदों बनता बंदा, जदों दा निज है ही नहीं, स्वार्थ है ही नहीं, सैल्फलैस हो गया है, सैल्फिश होने की थां दे उत्ते बिल्कुल सैल्फलैस। ये सी भगत पूर्ण सिंह। ये इस तरीके दे नाल इस स्टेट ऑफ माइंड नूं अटेन करना ये कोई मतलब छोटी गल आ, बड़ी वड्डी गल आ, पर कीती किवें बंदे ने उन्होंने ये चीज़ उन्हें इंजॉय किवें करदा होया इस लैवल ते। एक छोटा जिहा इंसीडेंट बयान कर देना वा, जिहड़े सज्जन ने ये बात लिखी, ये इन्हां दे जिहड़ी बहुत अर्ली स्ट्रगल सी उहदे च नाल रहा, क्योंकि इन्हां दे बारे मूवी भी बनी, थोड़ा जिहा उन्होंने पार्ट उस प्रजेंट किया जिहड़ा मीडिया नूं चंगा लगदा, क्योंकि वो मीडिया जिहड़ा हैगा उहदा काम किसी करैक्टर नूं प्रजेंट करना नहीं हैगा, उहदा काम प्रॉफिट अर्न करना हैगा। सो ओहदी जिहड़ी हैगी उहनूं ओहदे ते इतराज भी नहीं करना चाहिए, क्योंकि देयर इंटेंशन इज टोटली क्लीयर हाउ टू मेक मनी। दैट्स वाई दे आर एक्चुअली यूजिंग ऑल दैट। सानू लगता कि बंदे बड़ी सेवा कर रहे हैं, मूवियां बना रहे हैं इस तरीके, नो नो नो, दे हैव देयर ओन एक्चुअली गोल एंड दे हैव टू एक्चुअली अचीव दोज गोल्स इन जिहड़ा हैगा बाय सैलिंग ऑल दोज प्रोडक्ट्स। खैर जिहड़ी विनती करन लगा सीगा, जदों ये 47 वापरदा हैगा ते इन्हां नूं लाहौर छड्ड के जिहड़ा दिहोरा सीगा, खास करके रावी दे कंढे गुरु अर्जन साहब जी दा पावन गुरुद्वारा डेरा साहब छड्ड के ते फिर इधर आ गए। जदों इधर आए अमृतसर दे विच, ते अमृतसर दे विच मैन मेड मतलब मनुखां द्वारा क्रिएट की हुई मैस की मतलब लखां दे लख लोग जिहड़े ने कतल किए गए, ते बुरी हालत, 4 छपेरे। जिस मुहाज दे विच चंगे भले जिउंदे वधिया मनुखां दी कोई मतलब पुछ पड़ताल नहीं हैगी, आप अंदाजा लाओ जिहड़े लोग फिजिकली मैंटली चैलेंजड होणगे, अपाहज होणगे, उन्हां नूं कौन पुछेगा। सो उन्हां नूं फिर कोई पुछण वाला ही नहीं गा हैगा। हाँ, भगत जी फिर साम संभाल कर रहे उन्हां दी उस रूप दे विच। जिथे अमृतसर रेलवे स्टेशन है, ये नेड़े आरजी कैंप लाया सी तरपालां दा, ते इहदे च कहिंदे असीं उन्हां नूं कर रहे हैं। जिहड़ी ये सारे फसादात शुरू हुंदे ने, गदर मचदा हैगा, ये अराउंड अप्रैल जिहड़ा हैगा मई दे नेड़े शुरू हो जांदा, जून जुलाई अगस्त तक तो फिर चरम सीमा ते चढ़ जाता पूरी तरह। सितंबर अक्तूबर आउंदियां तक चली जा रहा लगातार इस रूप दे। हुण अक्तूबर क्रॉस करदियां नवंबर आ रहा, सामने सियाल विंटर शुरू होने लगा है, मतलब उस रूप में सारा माहौल है। तो 4 छपरे हाहाकार मची, हालात बड़े खराब ने। जिहड़ा शख्स लिख रहा बात वो कहिंदा हैगा कि हर रोज़ सवेरे उठ के हो अरदास करी दी है भी अकाल पुरख वाहिगुरू अज कोई लोड़वंद ना भेजे, वास्ता रब दा है। अब पहले सामने मुश्किल होए पे ने,
कोई इत्थे मतलब आप अंदाजा लाओ रिसोर्स कितों आउणगे, चार छपेरे ते गदर मचिया, बुरी हालत पई, कतलो गारत मची है। सो इस रूप दे विच जिन्ने क शरीर उत्थे जिहड़े मानसिक तौर ते ठीक नहीं, शरीरक रूप विच ठीक नहीं, पीपल हू आर मैंटली एक्चुअली जिहड़ा हैगा चैलेंज और फिजिकली चैलेंज, दे वर जस्ट टेक केयरिंग ऑफ दैम, वो ट्राई कर रहे सी उन्हां दी। खैर होया की कि ਉਹਦੇ 'ਚ ਕਹਿੰਦੇ ਵੀ ਇੱਕ ਦਿਨ ਹੋਇਆ ਸਾਰਾ ਦਿਨ ਕੋਈ ਨਹੀਂ ਆਇਆ। ਅਸੀਂ ਕਿਹਾ ਵੀ ਸ਼ੁਕਰ ਹੈ। ਸ਼ਾਮ ਪਈ, ਮੈਂ ਉਸ ਜਿਹੜੀਆਂ ਕਨਾਤ ਲਾਈ, ਤਰਪਾਲ ਲਾਈ, ਉਹ ਕੱਪੜੇ ਦਾ ਤੰਬੂ ਲਾਇਆ, ਉਹਦੀ ਬਿਲਕੁਲ ਫਰੰਟ ਡੋਰ ਦੇ ਉੱਤੇ ਆਪਣਾ ਮੰਜਾ ਡਾਹ ਕੇ ਤੇ ਮੈਂ ਸੌਣ ਲੱਗਾ ਵਾਂ ਹੁਣ। ਪਰ ਸੌਣ ਦਾ ਵੀ ਸਾਡਾ ਇਹ ਹੁੰਦਾ ਸੀਗਾ ਕਿ ਕੋਲ ਤੇਜ਼ ਤਾਰ ਹਥਿਆਰ ਰੱਖ ਕੇ ਤੇ ਪੂਰੇ ਇੰਤਜ਼ਾਮ ਨਾਲ ਸੌਂਈਦਾ ਸੀਗਾ। ਉਹਦੇ ਦੋ ਕਾਰਨ ਸੀ। ਇੱਕ ਕਾਰਨ ਇਹ ਸੀਗਾ कि क्योंकि बंदे का मास इतना ज़्यादा चार छपेरे मतलब बेतहाशा, खास करके रेलवे स्टेशन के आले दुआले इतना खिंडिया खुंडिया पिया सी पिछले कुछ दिनों तो कि जानवर खा खा के आदमखोर हो गए सन। वो होर मास खाण वास्ते भज रहे सन उस रूप दे विच। जिहड़ा पहला मास सी उस चों सड़हांद आउंदी सी, इस करके नवां मास ते इत्थे मनुख सीगे ते मनुख भी वो जिहड़े विचारे किते जिहड़ा फिजिकली ठीक नहीं, उस रूप विच बच्चे ने, जे जानवर कोई आके पै गया, कुत्ता ही पै गया सपोज करो, तो कहिंदे तो खा जाएगा, बचाना मुश्किल सी। इस करके असीं हथियार रख के बकायदा तौर पर राखी रखते सी। फिर इत्थे ही नहीं, साडे कोल कुछ मैंटली तौर पर नौजवान बच्चियां भी सीगियां जिहड़ियां फिजिकली फिट नहीं सीगियां या मैंटली अपसैट सीगियां, ਤੇ ਮਨੁੱਖ ਦੀ ਹਵਸ ਵੀ ਇੰਤਹਾ ਹੋ ਚੁੱਕੀ ਸੀ ਉਸ ਵਕਤ। ਕਹਿੰਦੇ ਉਹਨਾਂ ਦਾ ਵੀ ਮਤਲਬ ਸਾਡਾ, ਉਹਨਾਂ ਦੀ ਵੀ ਰਾਖੀ ਕਰਨਾ ਸਾਡਾ ਉਸ ਰੂਪ ਦੇ ਵਿੱਚ ਇੱਕ ਤਰ੍ਹਾਂ ਦਾ ਪੂਰਾ ਕਾਰਜਕ੍ਰਮ ਸੀਗਾ। ਖੈਰ ਸ਼ਾਮ ਪੈ ਗਈ ਏ, ਹਨੇਰਾ ਵੱਧ ਰਿਹਾ ਹੈ, ਮੈਂ ਬਿਸਤਰੇ ਮਤਲਬ ਮੰਜਾ ਡਾਹ ਕੇ ਤੇ ਸੌਣ ਲੱਗਾ ਵਾਂ ਤੇ ਕਹਿੰਦਾ ਇੱਕਦਮ ਪਤਾ ਨਹੀਂ ਲੱਗਾ ਵੀ ਮੇਰੀ ਜਿੱਧਰ ਤਰਪਾਲ ਲੱਗੀ ਉਹ ਤੰਬੂ ਲੱਗਾ ਉਧਰ ਨੂੰ ਕਦਮ ਵੱਧ ਰਹੇ ਨੇ। ਜਦੋਂ ਕਦਮ ਵੱਧ ਰਹੇ ਨੇ मैं थोड़ा अलर्ट हो गया। मैं क्या भी हो सकता कोई जानवर होए, हनेरा पै रहा वध रहा हैगा, तां ही ते वो कदम उस जिहड़ी तरपाल के दरवाजे तक आए ने, जिहड़ा परदा लगा है। उस तो बाद फिर पिछे हटने शुरू हो गए ने। मैं अंदाज़ा ला लिया जानवर ही होएगा पक्का। इत्थों तक आया, बंदे की मुश्क आई, वापस परत गया स्वरूप दे विच। चलो ठीक है। अजे मैं सोच रहा, एक बहुत छोटे जे बच्चे दे रोण की आवाज़ आई है, बड़ी कुरलाहट जी भरी। एकदम उठिया, उठ के फटाफट कपड़ा चक्या, देखदा थोड़े जे कपड़े जे पुराने जे पोतड़े जे हैगे ने, उन्हां दे च कोई थोड़े क महीनों का बच्चा जिहड़ा हैगा वो वलेट के कोई रखे अगे, भज के बच्चा चक्या। एकदम नज़र जाती है तो दूर एक कोई शख्स जिहड़ा हैगा हनेरे च पूरी तरह दिसदा नहींगा, वो बच्चा छड्ड के भज रहा, मगर भज्या एकदम। उन्होंने आवाज़ दी है खड़ जा इत्थे, मैं वगा के जिहड़ा हैगा तेनों मारन लगा, कोई डंडा वगैरह डिग जाएगा इत्थे, सुट चोट लगे, खड़ जा उच्ची सारी। वो खैर वो खड़ गया। मैं कोल चला गया, कोल गया तो पता लगा एक नौजवान बच्ची है। तो मैं उन्होंने देखा ध्यान नाल, ते मैं उन्होंने थोड़ा गुस्से च बोल रहा, कौन है, कितों आई है, आ बच्चा किदा है, कितों चुक के लियाई है, इत्थे सट के चली है। वो थोड़ी रोन लग गई, रोंदी हुई चुप करके थोड़ा जिहा कहन लगी भी इस तरह मेरे नूं तुसी ना कहो, ये किसी का बच्चा नहीं चक्या, मेरा बच्चा है। कहते तेरा बच्चा है, कितों आई है तू? कहती इत्थे नेड़े जिहड़े रिफ्यूजी कैंप लगे ने उन्हां च रहिनी आ, उत्थों आई आ। वो कहते कमाल है, तेरा बच्चा रिफ्यूजी कैंपां च तू रह रही है तो इत्थे छड्ड के भज चली है? कहती हाँ मैनूं पता लगा सी कि तुसी कुछ इत्थे अपाहजां नूं अनाथां नूं सांभ रहे हो, इस करके। वो कहते अजीब हालत है। जो ये सारा रौला पै रहा है, भगत जी किते अंदर से आ गए, उन्हें आके बच्चा मेरे को चक लिया। वो बच्चे तेनों इस तरीके नाल सहलान लग गए अपने हत्थों के नाल, उस तरीके जिवें सुभाਅ सीगा उन्हां दा। अच्छा हालांकि बड़ी यंग एज सी उन्हां दी उदों वाली, तो इस तरीके नाल बात हो रही है। कहते कि गल ये हुई कि मैनूं गुस्सा बड़ा आया। मैं क्या भी कैसी मां है तू, अपने पैदा किए हुए बच्चे नूं इत्थे सट के भज चली है। जे किते मैं सौ गया हुंदा, मैं ना उठ के वेखदा, कोई जानवर इनू चुक के लै जांदा, जानवर खा जांदा, पाड़ दिंदा, कोई हज है तेरा इस रूप दे। वो कहंदी गल ये हैगी है कि जिंदगी कादी है, जून कट्टण वाली गल आ। ना सहुरियां दा पता है, ना पेकियां दा पता है, पता नहीं मर गए ने, बच गए ने, है ने नहीं है, कल्ली है इत्थे कैंप दे विच। फिर चलो किसी तरीके नाल दिन कटी कर दी किसी रूप दे विच। इस बच्चे बाबत वैदां हकीमां ने पहले ही दसिया हैगा कि ये वरा है, 2 वरे है, 4 वरे है, इहदे विच सिर्फ साह ही चलदा है, इहदे जिंदगी च कोई बहुत ज़्यादा इन्हें कोई पूरा शरीर बन के ते पूरा उस रूप दे विच जन्म जात ही अपाहज है, इसकी कोई पॉसिबिलिटी नहीं, मतलब किसी किस्म के जीवन को इंजॉय करन दे।
इस करके इनू इहदे लेखे भी जीवन की लावां, ये तो जिम्मेवारी तो बिना कुछ है ही नहींगा। सो मेरे वास्ते होर कुछ नहीं, मैनू यही सुझिया मैं बच्चा तुहाडे कोल छड्ड के ते मैं ते जावां, फारक होवां इह तों। कहंदे गुस्सा बड़ा सी हिरदे दे विच। मैं उहनूं क्या गल सुन मेरी, तू मां है, तू पैदा कीता है, तेरियां रगां दा खून इहदियां रगां दे विच चल रहा हैगा। ठीक है, ये ठीक नहीं गा, इस रूप सर्वाइव ना करे शायद उस रूप दे विच। तू मां हो के इहनूं पालण लई तैयार नहीं, जिहदे आसरे छड्ड के चलीए उहदा ते लगदा कुछ नहीं, वो किवें पालेगा इहनूं। तू अंदाजा ला ना कि तू ते मां आ, तू तां पालण नूं तैयार नहीं। जदों ये बात कही ना ते कहिंदे भगत जी मेरे नाल औखे हो गए, ते औखे होके कहण लगे खबरदार जदों गल कही थी। कहिंदे मैं भगत जी नूं सिद्धा कहा, मैं कहा ठीक है, ये नहीं जवाब दिंदी, तुसी दे दिओ, तुसी दसो तुहाडा की लगदा है, किस रूप च पालोगे इहनूं? मां होके पालण नूं तैयार नहीं गी। भगत जी मैनू कहन लगे मुस्कुरा के, कहन लगे मैं दसां मैं इहनूं क्यों पालांगा, मेरा ये की लगदा हैगा। सच ये है इहदा ते रिश्ता इस दे नाल शरीर दा होएगा, मेरा ते इहदा जोत दा रिश्ता हैगा। मेरे ते इहदे च जोत एक है, जिहड़ी जोत मेरे च उही जोत इहदे च। ਇਹ ਹੈ ਅਸਲ ਵਿੱਚ ਇਨਕਲੂਸਿਵਨੈਸ ਜਿਹਨੂੰ ਕਹਿੰਦੇ ਅਸੀਂ ਵਰਲਡ ਦੀ, which we are all missing in this world. That's why we have that much hatred. We have that much kind of jealous, that much kind of eneminess. ਮੇਰ ਤੇਰ ਇਹ ਫਲਾਣਾ ਹੈ, ਫਲਾਣਾ ਹੈ, ਕਾਲਾ ਹੈ ਜਾਂ ਗੋਰਾ ਹੈ, ਉਥੋਂ ਓਮਨੀ ਪ੍ਰੈਜ਼ੈਂਸ ਜਿਹੜੀ ਉਹਦੀ ਉਹ ਮਿਸਿੰਗ ਹੋ ਗਈ ਨਾ। ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮੂਲ ਮੰਤਰ ਚ ਦੱਸਦੇ, ਜਿਹੜਾ ਉਹ ਕਰਤਾ ਆ ਨਾ, ਉਹ ਤੇਰਾ ਕੱਲੇ ਦਾ ਕਰਤਾ ਨਹੀਂ ਹੈਗਾ, ਪੁਰਖਿਆ ਪੁਰਚਿਆ ਹੋਇਆ ਹੈ, ਸਭ ਵਿੱਚ ਵਿਦਮਾਨ ਹੈ। ਇੱਥੋਂ ਭਗਤੀ ਸ਼ੁਰੂ ਹੁੰਦੀ ਹੈ, ਵਿਜ਼ਨ ਕਰਨਾ ਉਸ ਨੂੰ ਇਸ ਰੂਪ ਦੇ ਵਿੱਚ।